ਸੀਗਾ ਵੀ ਗੋਲੀ ਦਾ ਜਵਾਬ ਗੋਲੀ ਨਾਲ ਫਿਰ ਅਦਾਲਤਾਂ ਥਾਣੇ ਕਾਰਵਾਈਆਂ ਉਹਨਾਂ ਦਾ ਕੀ ਤੁਸੀਂ ਇਸ ਗੱਲ ਦੇ ਹੱਕ 'ਚੋਂ ਵੀ ਐਨਕਾਊਂਟਰ ਹੋਣੇ ਚਾਹੀਦੇ? ਦੇਖੋ ਜਿਹੜਾ ਬੰਦਾ ਪੁਲਿਸ ਦੇ ਉੱਤੇ ਗੋਲੀ ਚਲਾ ਰਿਹਾ, ਲੋਕਾਂ ਦੇ ਪੁੱਤ ਮਾਰ ਰਿਹਾ, ਪਰ ਉਹਨੂੰ ਕਿਉਂ ਬਖਸ਼ਿਆ ਜਾਵੇ? ਜਿਹੜੀ ਪੁਲਿਸ ਲੋਕਾਂ ਤੇ ਗੋਲੀ ਚਲਾਉਂਦੀ ਆ ਤੇ ਦੋ ਸਿੰਘ ਸ਼ਹੀਦ ਹੁੰਦੇ ਆ ਉਹ ਵੀ ਨਹੀਂ ਬਖਸ਼ੀ, ਕੋਈ ਬੰਦਾ ਬਖਸ਼ਿਆ ਨਹੀਂ ਜਾਊਗਾ। ਮੈਂ ਤੁਹਾਨੂੰ ਇਹ ਗੱਲ ਕਹਿਣੀ ਚਾਹੁੰਦਾ ਕਿ ਜਿਹੜਾ ਵੀ ਬੰਦਾ ਪੰਜਾਬ ਦੀ ਸ਼ਾਂਤੀ ਨੂੰ ਲਾਂਬੂ ਲਾਊਗਾ ਉਹ ਬਖਸ਼ਿਆ ਨਹੀਂ ਜਾਊਗਾ। ਕੋਈ ਵੀ ਬੰਦਾ, ਬਹੁਤ ਸਾਰੇ ਲੋਕ ਆ ਜਿਹੜੇ ਪੰਜਾਬ ਦੇ ਹਾਲਾਤ ਵਿਗਾੜਨ ਵਾਸਤੇ, ਚਾਹੇ ਉਹ ਸ਼ਹੀਦ ਭਗਤ ਸਿੰਘ ਹੋਣਾ ਬਾਰੇ ਕੁਝ ਕਿਹਾ ਜਾਵੇ, ਚਾਹੇ ਕਿਸੇ ਹੋਰ ਬਾਰੇ ਕੁਝ ਕਿਹਾ ਜਾਵੇ, ਉਹ ਸਾਰਾ ਪੰਜਾਬ ਦੇ ਮਾਹੌਲ ਨੂੰ ਖਰਾਬ ਕਰਨ ਵਾਸਤੇ ਜਿਹੜੇ ਲੱਗੇ ਹੋਏ ਆ। ਜੇ ਭਗਤ ਸਿੰਘ ਨੂੰ ਕੋਈ ਅੱਤਵਾਦੀ ਕਹੇ ਤੁਸੀਂ ਕਹਿੰਦੇ ਬਹੁਤ ਮਾੜੀ ਗੱਲ ਹੈ, ਸ਼ਰਾਰਤੀ ਅਨਸਰ ਹੈ। ਜੇ ਕੋਈ ਸਿੱਖ ਸ਼ਹੀਦਾਂ ਨੂੰ ਅੱਤਵਾਦੀ ਕਹੇ ਤਾਂ ਕਿਹਨੂੰ ਕਹਿੰਦਾ ਅੱਤਵਾਦੀ? ਜਰਨੈਲ ਸਿੰਘ ਨੂੰ, ਭਾਈ ਹਵਾਰਾ ਨੂੰ, ਭਾਈ ਜਗਤਾਰ ਸਿੰਘ ਕੌਣ ਕਹਿੰਦਾ? ਪੰਜਾਬ ਦੇ ਵਿੱਚ ਅਨੇਕ ਤੁਸੀਂ ਖੋਲੋ, ਤੁਹਾਡਾ ਦੁਆਬਾ ਭਰਿਆ ਪਿਆ ਬਹੁਤ ਸਾਰੇ ਕੱਟੜਵਾਦੀ ਸੰਗਠਨ ਦੇਖੋ, ਜਿਹਨਾਂ ਨੂੰ ਤੁਹਾਡੀ ਸਰਕਾਰ ਨੇ ਸਿਕਿਉਰਿਟੀਆਂ ਦਿੱਤੀਆਂ ਹੋਈਆਂ। ਮੇਰੀ ਬੇਨਤੀ ਸੁਣੋ ਖਾਲਸਾ ਜੀ, ਮੈਂ ਕਿਸੇ ਨੂੰ ਕਿਹਾ? ਤੁਹਾਡੀ ਸਰਕਾਰ ਤੁਸੀਂ ਤੇ ਭਗਤ ਸਿੰਘ ਨੂੰ ਨਹੀਂ ਕਿਹਾ? ਮੈਂ ਮੇਰੀ ਗੱਲ ਸੁਣੋ, ਮੈਂ ਹਮੇਸ਼ਾ ਇੱਕ ਗੱਲ ਪਤਾ ਕੀ ਕਹਿਣਾ, ਕਿ ਜਿਹੜਾ ਬੰਦਾ ਦੂਜਿਆਂ ਲਈ ਲੜਦਾ ਹੈ ਉਹ ਮਾੜਾ ਨਹੀਂ ਹੋ ਸਕਦਾ। ਬਸ ਕਦੇ ਐਂ ਹੁੰਦਾ ਸੀਗਾ ਵੀ ਜਿਹੜਾ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੇਲੇ ਜਾਂ ਬਾਦਲਾਂ ਦੀ ਸਰਕਾਰ ਵੇਲੇ ਤੁਹਾਨੂੰ ਇੱਥੇ ਬੈਠ ਕੇ ਪਬਲਿਕ ਦੇ ਵਿੱਚ ਆ ਕੇ ਉਹ ਦੱਸ ਕੇ ਗਏ ਹੁਣ ਵੀ ਅਸੀਂ ਆਹ ਕੁਛ ਕਰ ਰਹੇ ਹਾਂ। ਪਤਾ ਕਰਨ ਤੇ ਬਾਜਵਾ ਸਾਹਿਬ, ਗਿੱਲ ਸਾਹਿਬ, ਹਰਮਿੰਦਰ ਗਿੱਲ ਸਾਹਿਬ ਉਹ ਵੀ ਆਏ ਸੀ। ਇਸ ਤਰ੍ਹਾਂ ਚਾਰ ਹੀ ਅੱਜ ਆਏ, ਚਾਰ ਹੀ ਉਦੋਂ। ਸਾਡੇ ਮਨ 'ਚ ਪਹਿਲਾਂ ਹੀ ਸਵਾਲ ਤੁਸੀਂ ਅੱਜ ਸਿੱਖ ਹੋਣ ਦਾ ਵਾਸਤਾ ਪਾਇਆ। ਸਿੱਖੋ ਸਾਹਿਬ ਬੇਨਤੀ, ਸੰਧਵਾ ਸਾਹਿਬ ਨੇ ਸਿੱਖ ਹੋਣ ਦਾ ਵਾਸਤਾ ਪਾਇਆ, ਬੈਂਸ ਸਾਹਿਬ ਨਹੀਂ ਪਾਇਆ, ਉਹ ਵੀ ਇਸ ਤਰ੍ਹਾਂ ਹੀ ਵਾਸਤਾ ਪਾਇਆ। ਐਡਵੋਕੇਟ ਜਨਰਲ ਦੇ ਵਕੀਲ ਸਾਹਿਬਾਨ ਨੇ 10 ਅਪ੍ਰੈਲ ਨੂੰ ਸਮਾਂ ਮੰਗਿਆ 3 ਮਹੀਨੇ ਦਾ। 10 ਜੁਲਾਈ ਨੂੰ 3 ਮਹੀਨੇ ਹੋ ਗਏ। 10 ਜੁਲਾਈ ਨੂੰ ਆ ਕੇ ਜਿਹੜੇ ਵਕੀਲ ਸਾਹਿਬਾਨ ਉਹ ਮੰਗਦੇ 1 ਹਫ਼ਤੇ ਦਾ ਸਮਾਂ, ਸਿੱਖ ਦਿੰਦੇ 15 ਦਿਨਾਂ ਦਾ ਸਮਾਂ। ਅੱਜ ਤੁਹਾਡੇ ਵਕੀਲ ਆ ਕੇ ਮੰਗਦੇ 6 ਮਹੀਨਿਆਂ ਦਾ ਸਮਾਂ। ਫਿਰ ਇਸ ਤੋਂ ਬਾਅਦ ਕੀ ਸਾਲ ਦਾ ਸਮਾਂ ਮੰਗਿਆ ਜਾਊਗਾ? ਤਾਂ ਇਨਸਾਫ ਕਿੱਥੇ ਹੋਊਗਾ? ਇਹਦੇ ਲਈ ਬਹੁਤ ਵੱਡੀ ਲੜਾਈ ਔਰ ਬਹੁਤ ਵੱਡੇ ਸਬੂਤ ਚਾਹੀਦੇ। ਕੋਈ ਵੀ ਗੱਲਬਾਤ ਹੈ, ਸਬੂਤਾਂ ਦੀ ਕਮੀ ਹੈ। ਬਹੁਤ ਕੁਝ ਰੁਕਿਆ ਹੋਇਆ, ਇੰਨੀਆਂ ਸੱਟਾਂ ਬਣਾਈਆਂ ਹੋਈਆਂ, ਬਹੁਤ ਸਾਰੇ ਜਿਹੜੇ ਸਬੂਤ ਇਹੋ ਜਿਹੇ ਆ ਜਿਨ੍ਹਾਂ ਨੂੰ ਵਰਤਿਆ ਨਹੀਂ ਜਾ ਸਕਦਾ। ਕੇਜਰੀਵਾਲ ਦਾ ਬਿਆਨ ਆਉਂਦਾ ਕਿ 24 ਘੰਟਿਆਂ ਦੇ ਵਿੱਚ ਮਸਲਾ ਹੱਲ ਹੋ ਜੂ। ਕੀ ਲੱਗਦਾ ਕਿ ਉਦੋਂ ਉਹ ਸਾਰੀ ਰਿਪੋਰਟ ਨੂੰ ਪੜ੍ਹਿਆ ਨਹੀਂ ਸੀ ਗਿਆ? ਕਿਉਂਕਿ ਕੁੰਵਰ ਵਿਜੇ ਪ੍ਰਤਾਪ ਦੀ ਰਿਪੋਰਟ ਹੋ ਗਈ, ਬਾਕੀ ਰਿਪੋਰਟਾਂ ਹੋ ਗਈਆਂ, ਸੁਪਰੀਮੋ ਸਾਹਿਬ ਨੇ ਪੜ੍ਹਿਆ ਨਹੀਂ ਸੀ ਕਿ 24 ਘੰਟੇ 'ਚ ਹੱਲ ਨਹੀਂ ਹੋ ਸਕਦਾ। ਤੁਸੀਂ ਇਹ ਦੱਸੋ ਵੀ ਜੋ ਕੁਝ ਅਸੀਂ ਕਰਦੇ ਹਾਂ, ਅਸੀਂ ਇੱਥੇ ਆ ਕੇ ਦੱਸਦੇ ਹਾਂ ਇਹਨਾਂ ਨੂੰ ਵੀ ਅਸੀਂ ਆਹ ਇੰਨਾ ਕੁਝ ਕਰ ਲਿਆ। ਬਹੁਤ ਸਾਰਾ ਕੰਮ ਜਿਹੜਾ ਓਪਨਲੀ ਕਰਨ ਵਾਲਾ ਉਹ ਮੀਡੀਆ ਨੂੰ ਵੀ ਦੱਸ ਦਿੰਦੇ ਹਾਂ, ਪਰ ਬਹੁਤ ਸਾਰੀਆਂ ਗੱਲਾਂ ਇਹੋ ਜਿਹੀਆਂ ਜਿਹੜੀਆਂ ਹਾਲੇ ਸੀਕ੍ਰੇਟ ਆ, ਜਿਹੜੀਆਂ ਬਾਹਰ ਨਹੀਂ ਕੱਢੀਆਂ ਜਾ ਸਕਦੀਆਂ, ਉਹ ਇਹਨਾਂ ਦੇ ਗੋਰੇ ਹੋਣ ਦੇ ਕੰਨ 'ਚ ਵੀ ਦੱਸ ਦਿੰਦੇ। ਜਿੱਦਾਂ ਦੀ ਸਰਕਾਰ ਬਣੀ ਹੈ, ਬੜੀਆਂ ਸੁਧਾਰ ਹੋਇਆ, ਬਹੁਤ ਕੁਝ ਸੁਧਰਿਆ। ਲੋਕ ਆਪ ਕਹਿੰਦੇ ਜੀ ਅੱਗੇ ਨਾਲੋਂ ਬਹੁਤ ਫਰਕ ਪਿਆ। ਅਸੀਂ ਕੋਈ ਪੋਲੋ ਟੈਕਸ ਕਰਨ ਵਾਸਤੇ ਨਹੀਂ ਆਏ, ਪਰ ਉਸ ਨਹੀਂ ਸੀ। ਪਰ ਅੱਜ ਤੁਸੀਂ ਪਾਵਰ ਚੋਂ ਕਿਉਂ ਨਹੀਂ ਵੱਡੇ ਫੈਸਲੇ ਲਏ ਜਾ ਸਕਦੇ? ਭਾਈ ਜੀ ਲੱਗੇ ਹੋਏ ਆ, ਲੱਗੇ ਹੋਏ ਆ ਮਹਾਰਾਜ। ਤੁਸੀਂ ਕਿਤੇ ਸਾਡੀ ਇਹਦੇ 'ਚ ਨੀਤ 'ਚ ਖੋਟ ਤਾਂ ਕੱਢੋ ਨਾ ਵੀ ਆਹ ਕੰਮ ਯਾਰ ਤੁਸੀਂ ਗਲਤ ਕੀਤਾ। ਸੇਖੋਂ ਗੁਰਦਿੱਤ ਸਿੰਘ ਫਰੀਦਕੋਟ ਤੋਂ ਵਿਧਾਇਕ ਮੌਜੂਦ ਨੇ, ਉਹ ਇੱਥੇ ਪੰਚ ਨੇ। ਕੀ ਗੱਲਬਾਤ ਕਰ? ਮੈਨੂੰ ਜ਼ਿਆਦਾ ਇਹਦੇ ਬਾਰੇ ਨਹੀਂ ਪਤਾ, ਕਿਉਂਕਿ ਮੰਤਰੀ ਜੀ ਹੁਣਾਂ ਨੇ ਜਿਹੜੀ ਗੱਲ ਦੇ ਉੱਤੇ ਗੱਲਬਾਤ ਹੋਈ ਹੈ, ਮੈਂ ਮੌਜੂਦ ਸੀ। ਮੈਂ ਥੋੜਾ ਉਦੋਂ ਪਾਸੇ ਆ ਗਿਆ ਸੀ, ਕੀ ਗੱਲ ਕਹਿ ਕੇ ਉੱਠਿਆ ਜਾਂ ਕਿਵੇਂ ਹੋਇਆ, ਤਾਂ ਉਹਦੇ ਤੇ ਟਾਈਮ ਦਾ ਹੀ ਚੱਲ ਰਿਹਾ ਸੀ। ਮੈਨੂੰ ਲੱਗਦਾ ਵੀ ਟਾਈਮ ਦੇ ਬਾਰੇ ਗੱਲਬਾਤ ਕਰਕੇ ਗਏ, ਇਹਨਾਂ ਤੇ ਛੱਡ ਕੇ ਗਏ ਵੀ ਤੁਸੀਂ। ਸੇਖੋਂ ਸਾਹਿਬ ਨੂੰ ਨਹੀਂ ਪਤਾ ਕਿ ਉੱਥੇ ਕਿਹੜੀ ਗੱਲਬਾਤ ਹੋ ਰਹੀ ਸੀ? ਮੰਤਰੀ ਸਾਹਿਬ ਕਿਹੜੀ ਗੱਲ ਕਰ ਗਏ? ਬਹਿਸ ਤਾਂ ਸਾਰੀ ਹੋ ਰਹੀ ਸੀ ਤੁਹਾਡੇ ਸਾਹਮਣੇ, ਜਿਹੜੀ ਬਹਿਸ ਹੋਈ ਉਹੀ ਹੋਈ ਹੈ। ਪਰ ਮੰਤਰੀ ਸਾਹਿਬ ਵੀ ਕੁਝ ਦੱਸ ਕੇ ਨਾ ਗਏ ਮੀਡੀਆ ਨੂੰ। ਪਹਿਲਾਂ ਤੁਹਾਨੂੰ ਮੀਡੀਆ ਤੋਂ ਮੀਡੀਆ ਪਿੱਛੇ ਹੋ ਗਿਆ, ਉਸ ਤੋਂ ਬਾਅਦ ਵੀ ਕੁਝ ਦੱਸ ਕੇ ਨਹੀਂ ਗਏ। ਉਹਦੇ 'ਚ ਹੁੰਦਾ ਮਹਾਰਾਜ ਵੀ ਜਿਹੜੀ ਗੱਲ ਆਪਣੀ ਦੋ ਬੰਦਿਆਂ 'ਚ ਹੋਈ ਹੈ, ਉਹਨਾਂ ਨੇ ਆਪਦੇ ਸਾਥੀਆਂ ਨਾਲ ਕਰਨੀ ਹੈ, ਕਿਉਂਕਿ ਬਹੁਤ ਵੱਡੀ ਲੜਾਈ ਹੈ, ਕੋਈ ਨਿੱਕੀ ਮੋਟੀ ਲੜਾਈ ਨਹੀਂ। ਇੱਥੇ ਕੋਈ ਵੀ ਗੱਲ ਬੋਲੀ ਗਈ ਕੱਲ ਨੂੰ ਅਦਾਲਤ 'ਚ ਵੀ ਚਲੀ ਜਾਣੀ ਹੈ। ਇਹੀ ਐਵੀਡੈਂਸਾਂ ਲੈ ਕੇ ਜਿਹੜੇ ਹੈਗੇ ਆ, ਜਿਹੜਾ ਬੰਦਾ ਮਾੜਾ ਹੁੰਦਾ ਉਹਨੇ ਲੱਖ ਕੋਸ਼ਿਸ਼ ਕਰਨੀ ਹੁੰਦੀ ਆਪਦੇ ਨਿਕਲਣ ਵਾਸਤੇ। ਸੋ ਕੋਈ ਉਹੋ ਜਿਹੀ ਗੱਲ ਜਿਹੜੀ ਹੈਗੀ ਹੈ ਬੋਲੀ ਨਹੀਂ ਜਾ ਸਕਦੀ ਜਿਹਦੇ ਨਾਲ ਕਿਸੇ ਨੂੰ ਉਹ ਬੈਨੀਫਿਟ ਮਿਲਦਾ ਹੋਵੇ। ਸੁਖਰਾਜ ਨੇ ਟਾਈਮ ਲਿਆ ਹੁਣ ਜਾਂ ਤੁਸੀਂ ਟਾਈਮ? ਨਹੀਂ, ਸੁਖਰਾਜ ਨੂੰ ਬੇਨਤੀ ਕੀਤੀ ਸਰਕਾਰ ਵੱਲੋਂ ਕਿ ਸਾਨੂੰ ਸਮਾਂ ਦਿਓ, ਕਿਉਂਕਿ ਬਹੁਤ ਵੱਡੀ ਲੜਾਈ ਹੈ। ਕਿੰਨਾ ਕੁ ਸਮਾਂ ਹੋਰ? ਨਹੀਂ, ਸਮਾਂ ਤਾਂ ਹੁਣ ਦੇਖੋ ਦਿਨ ਰਾਤ ਕਰਕੇ ਲੱਗੇ ਹੋਏ ਆ। ਜਿਹੜੇ ਬੰਦੇ ਕੋਰਟਾਂ 'ਚ ਨਹੀਂ ਪਹੁੰਚਦੇ ਸੀ, ਅਸੀਂ ਕੋਰਟਾਂ 'ਚ ਪਹੁੰਚਣ ਲਾਏ ਆ। ਸਮੇਤ ਸੈਣੀ ਵੀ ਆ ਰਿਹਾ ਤਰੀਕਾਂ ਦੇ ਉੱਤੇ, ਦੂਜੇ ਬੰਦੇ ਵੀ ਆ ਰਹੇ ਆ। ਉਹ ਸਾਡੀ ਜਿਹੜੀ ਹੈਗੀ ਹੈ ਇਸ ਟੀਮ ਦੀ ਐਫਰਟ ਹੈ। ਹੋਰ ਵੀ ਐਡਵੋਕੇਟ ਜਨਰਲ ਦੇ ਵਕੀਲ ਸਾਹਿਬਾਨ ਨੇ 10 ਅਪ੍ਰੈਲ ਨੂੰ ਸਮਾਂ ਮੰਗਿਆ 3 ਮਹੀਨੇ ਦਾ। 10 ਜੁਲਾਈ ਨੂੰ 3 ਮਹੀਨੇ ਹੋ ਗਏ। 10 ਜੁਲਾਈ ਨੂੰ ਆ ਕੇ ਜਿਹੜੇ ਵਕੀਲ ਸਾਹਿਬਾਨ ਉਹ ਮੰਗਦੇ 1 ਹਫ਼ਤੇ ਦਾ ਸਮਾਂ, ਸਿੱਖ ਦਿੰਦੇ 15 ਦਿਨਾਂ ਦਾ ਸਮਾਂ। ਅੱਜ ਤੁਹਾਡੇ ਵਕੀਲ ਆ ਕੇ ਮੰਗਦੇ 6 ਮਹੀਨਿਆਂ ਦਾ ਸਮਾਂ। ਫਿਰ ਇਸ ਤੋਂ ਬਾਅਦ ਕੀ ਸਾਲ ਦਾ ਸਮਾਂ ਮੰਗਿਆ ਜਾਊਗਾ? ਤਾਂ ਇਨਸਾਫ ਕਿੱਥੇ ਹੋਊ? ਦੇਖੋ ਬਾਈ ਜੀ, ਗੱਲ ਇਹ ਆ ਵੀ ਬਹੁਤ ਕੁਝ ਹੁੰਦਾ। ਤੁਸੀਂ ਸਾਰੇ ਸੂਝਵਾਨ ਹੋ, ਕੋਈ ਉਸ ਤਰ੍ਹਾਂ ਦਾ ਕੋਈ ਬੰਦਾ ਹੋਵੇ ਤਾਂ ਉਹ ਗੱਲ ਉਸ ਤਰ੍ਹਾਂ ਦੀ ਕਰਦਾ।
ਪਰ ਇਹਦੇ ਲਈ ਬਹੁਤ ਵੱਡੀ ਲੜਾਈ ਔਰ ਬਹੁਤ ਵੱਡੇ ਸਬੂਤ ਚਾਹੀਦੇ ਕਿਸੇ ਕੋਈ ਵੀ ਗੱਲਬਾਤ ਹੈ। ਸਬੂਤਾਂ ਦੀ ਕਮੀ ਹੈ ਜੀ। ਦੇਖੋ ਬਹੁਤ ਕੁਝ ਰੁਕਿਆ ਹੋਇਆ, ਇੱਕ ਇੰਨੀਆਂ ਸੱਟਾਂ ਬਣਾਈਆਂ ਹੋਈਆਂ, ਬਹੁਤ ਸਾਰੇ ਜਿਹੜੇ ਸਬੂਤ ਇਹੋ ਜਿਹੇ ਆ ਜਿਨ੍ਹਾਂ ਨੂੰ ਉਹ ਵਰਤਿਆ ਨਹੀਂ ਜਾ ਸਕਦਾ। ਸਾਡੀ ਕੋਸ਼ਿਸ਼ ਹੈ ਵੀ ਸਾਰੇ ਜਿੰਨੇ ਸਬੂਤ ਹੈ ਉਹਨਾਂ ਨੂੰ ਇਕੱਠੇ ਕਰਕੇ ਜਿਹੜੀਆਂ ਸੱਟਾਂ ਇਹਨਾਂ ਨੇ ਬਣਾਈਆਂ ਉਹਨਾਂ ਦੀ ਰਿਪੋਰਟ ਕੀ ਹੈ ਉਹ ਰਿਪੋਰਟ ਅੱਗੇ ਲੈ ਕੇ ਆਈਏ। ਕੋਰਟ ਦੇ ਵਿੱਚ ਜਾਣ ਵਾਸਤੇ ਉੱਥੇ ਜੇ ਅਸੀਂ ਵਕੀਲ ਸਾਡੇ ਕੋਲੇ ਆ ਤਾਂ ਵਿਰੋਧੀ ਧਿਰ ਕੋਲੇ ਵੀ ਵਕੀਲ ਹੈਗੇ ਆ। ਉਹ ਜਿੱਥੇ ਕਿਤੇ ਅਸੀਂ ਕੋਈ ਕਮਜ਼ੋਰ ਕੜੀ ਪੇਸ਼ ਕਰਾਂਗੇ ਤਾਂ ਉਹ ਸਾਰੇ ਦੇ ਸਾਰੇ ਜਿਹੜੇ ਹੈਗੇ ਆ, ਜੇ ਇੱਕ ਮੇਰੀ ਜੇ ਉਹਨਾਂ ਨੇ ਕਮਜ਼ੋਰ ਪੱਖ ਪੇਸ਼ ਕਰਦੇ ਰਹੇ ਹੋ, ਦੂਜੀਆਂ ਸਰਕਾਰਾਂ ਉਹਨਾਂ ਦੇ ਜਿਹੜੇ ਐਡਵੋਕੇਟ ਆ ਉਹ ਗਏ ਹੀ ਨਹੀਂ ਉੱਥੇ, ਤਾਂ ਉਹ ਬੰਦੇ ਸਟੇ ਲੈ ਕੇ ਬੈਠ ਕੇ ਕੋਰਟਾਂ ਦੇ ਵਿੱਚ ਆਰਾਮ ਨਾਲ ਬੈਠ ਕੇ ਉਹਨੂੰ ਕਿਸੇ ਨੇ ਪੁੱਛਿਆ ਨਹੀਂ। ਹੁਣ ਅਸੀਂ ਜਿਹੜਾ ਹੈਗਾ ਆਪਦੇ ਚੰਗੇ ਵਕੀਲ ਉੱਥੇ ਪੇਸ਼ ਕੀਤੇ ਆ, ਉਹ ਜਿਹੜੇ ਦੇ ਵਿੱਚ ਕਿਤੇ ਨਾ ਕਿਤੇ ਜਿਹੜੀਆਂ ਕਮੀਆਂ ਸੀ ਉਹ ਕਮੀਆਂ ਦੂਰ ਕਰਾਈਆਂ। ਹੁਣ ਜਿਹੜੇ ਸਾਡੇ ਪਲੱਸ ਪੁਆਇੰਟ ਆ, ਜਿਹੜੇ ਸਾਡੇ ਕੋਲ ਜੋ ਸਬੂਤ ਹੈ ਉਹ ਇਕੱਠੇ ਕਰਕੇ ਹਲੇ ਵੀ 2-3 ਸੈੱਟਾਂ ਵੱਖਰਾ ਕੰਮ ਕਰ ਰਹੀਆਂ। ਹਾਈ ਕੋਰਟ ਦੀ ਸੈੱਟ ਵੱਖਰਾ ਕੰਮ ਕਰ ਰਹੀ ਹੈ। ਸੋ ਸਾਡੀ ਕੋਸ਼ਿਸ਼ ਹੈ ਵੀ ਜੁਆਇੰਟ ਜਿਹੜਾ ਜੋ ਵੀ ਹੈਗਾ ਜਾਂ ਉਹ ਸੈੱਟ ਜਿਹੜੀ ਹਾਈ ਕੋਰਟ ਨੇ ਬਣਾਈ ਆ ਉਹ ਹਾਈ ਕੋਰਟ 'ਚ ਆਪਦਾ ਜਿਹੜਾ ਜੋ ਕੁਝ ਵੀ ਉਹਨਾਂ ਨੇ ਤਿਆਰ ਕੀਤਾ ਉਹਦਾ ਪੱਖ ਪੇਸ਼ ਕਰਦੇ। ਤਾਂ ਜਿਹੜੀ ਸਾਡੇ ਵੱਲੋਂ ਸਰਕਾਰ ਵੱਲੋਂ ਚੱਲ ਰਹੀ ਹੈ, ਜੋ ਐਡਵੋਕੇਟ ਜਨਰਲ ਦੀ ਟੀਮ ਚੱਲ ਰਹੀ ਹੈ, ਉਹ ਸਾਰੀਆਂ ਟੀਮਾਂ ਇਕੱਠੀਆਂ ਕਰਕੇ ਇਹ ਬਹੁਤ ਵੱਡੀ ਅਰਵਿੰਦ ਕੇਜਰੀਵਾਲ ਦਾ ਬਿਆਨ ਆਉਂਦਾ ਕਿ 24 ਘੰਟਿਆਂ ਦੇ ਵਿੱਚ ਮਸਲਾ ਹੱਲ ਹੋ ਜੂ। ਕੀ ਲੱਗਦਾ ਕਿ ਉਦੋਂ ਉਹ ਸਾਰੀ ਰਿਪੋਰਟ ਨੂੰ ਪੜ੍ਹਿਆ ਨਹੀਂ ਸੀ ਗਿਆ, ਕਿਉਂਕਿ ਕੁੰਵਰ ਵਿਜੇ ਪ੍ਰਤਾਪ ਦੀ ਰਿਪੋਰਟ ਹੋ ਗਈ, ਬਾਕੀ ਰਿਪੋਰਟਾਂ ਹੋ ਗਈਆਂ, ਸੁਪਰੀਮੋ ਸਾਹਿਬ ਨੇ ਪੜ੍ਹਿਆ ਨਹੀਂ ਸੀ ਕਿ 24 ਘੰਟੇ 'ਚ ਹੱਲ ਨਹੀਂ ਹੋ ਸਕਦਾ। ਦੇਖੋ ਬਾਈ ਜੀ, ਗੱਲ ਇਹ ਆ ਵੀ ਜਿਹੜੀ ਗੱਲ ਕਾਨੂੰਨ ਅਨੁਸਾਰ ਹੋਣੀ ਉਹ ਕਾਨੂੰਨ ਅਨੁਸਾਰ ਹੀ ਹੋਣੀ, ਕਿਉਂਕਿ ਸਾਨੂੰ ਇਸ ਗੱਲ ਦਾ ਬਿਲਕੁਲ ਪਤਾ ਸੀਗਾ, ਇਸ ਗੱਲ ਦਾ ਪਤਾ ਸੀ, ਪਰ ਅਸੀਂ ਕੰਮ ਸ਼ੁਰੂ ਤਾਂ ਨਾਲ ਦੀ ਨਾਲ ਕੀਤਾ ਨਾ। ਅਸੀਂ ਕਿਤੇ ਵੀ ਸਾਡੇ ਇਹ ਨਹੀਂ ਵੀ ਇੱਕ ਦਿਨ ਵੀ ਅਸੀਂ ਆਪਦੇ ਵੱਲੋਂ ਜਿਹੜਾ ਉਹ ਗਵਾਇਆ ਹੋਵੇ, ਵੀ ਬਿਨਾਂ ਟਾਈਮ ਵੇਸਟ ਕੀਤਿਆਂ ਸਾਡੀ ਜਿਹੜੀ ਹੈਗੀ ਆ ਸਾਰੀ ਫੋਰਸ ਜਿਹੜੀ ਵੀ ਆ, ਚਾਹੇ ਉਹ ਐਡਵੋਕੇਟ ਆ ਚਾਹੇ ਦੂਜੇ ਵੀ ਜਿਹੜੇ ਵੀ ਬੰਦੇ ਉਹ ਲੱਗ ਗਏ ਉਸ ਦਿਨ ਤੋਂ, ਤੇ ਉਸ ਦਿਨ ਤੋਂ ਇਹ ਸਬੂਤ ਇਕੱਠੇ ਕੀਤੇ ਆ। ਤਾਂ ਹੀ ਤਾਂ ਸਮੇਤ ਸੈਣੀ ਨੂੰ ਜਿਹੜਾ ਉਹ ਕਹਿੰਦੇ ਸੀ ਕੇਸ ਹੋਣ ਤੋਂ ਪਹਿਲਾਂ ਵੀ ਦੱਸਣਾ ਪਊਗਾ, ਉਹ ਫਰੀਦਕੋਟ ਆ ਕੇ ਤਰੀਕਾ ਭੁਗਤ ਰਿਹਾ। ਹੋਰ ਬੰਦੇ ਜਿਹੜੇ ਬੰਦੇ ਸਟੇ ਲੈ ਕੇ ਬੈਠੇ ਸੀ ਉਹ ਸਾਰੀਆਂ ਤਰੀਕਾ ਉਸ 24 ਘੰਟੇ ਦੇ ਕੰਮ ਸ਼ੁਰੂ ਕਰਨ ਤੋਂ ਹੀ ਹੋਇਆ ਨਾ। ਮੁਜਰਮ ਤਾਂ ਬਣਾ ਕੇ ਖੜੇ ਕਰਤੇ ਨਾ, ਜਿਹੜੇ ਬੰਦਿਆਂ ਨੂੰ ਅਦਾਲਤਾਂ ਨੇ ਆਰਾਮ ਹੀ ਦਿੱਤਾ ਸੀ ਵੀ ਤੁਸੀਂ ਬੈਠੋ ਜੀ, ਕੋਈ ਤੁਹਾਨੂੰ ਕੋਈ ਪੁੱਛਣ ਵਾਲਾ ਨਹੀਂ, ਜਾਂ ਕਿਉਂਕਿ ਅਦਾਲਤ ਤਾਂ ਉਹੀ ਹੈ, ਪਰ ਜਿਹੜੇ ਵਕੀਲ ਇਹਨਾਂ ਨੇ ਭੇਜਣੇ ਸੀ ਉਹ ਜਦੋਂ ਵਕੀਲ ਹੀ ਨਹੀਂ ਲੜੇ ਸਾਡੇ ਹੱਕ ਦੇ ਵਿੱਚ ਪੰਜਾਬ ਦੇ, ਤਾਂ ਫਿਰ ਉਹਨਾਂ ਨੂੰ ਸਜ਼ਾ ਕਿੱਥੋਂ ਹੋਣੀ ਆ, ਉਹ ਕੋਰਟਾਂ 'ਚ ਕਿਵੇਂ ਹੋਣਗੇ। ਵਕੀਲ ਸਾਹਿਬਾਨ ਜਿਹੜੇ ਇੱਥੇ ਵੀ ਪਹੁੰਚਦੇ ਆ, ਪਹਿਲਾਂ 3 ਮਹੀਨੇ ਦਾ ਸਮਾਂ, ਜਿਵੇਂ ਹੁਣੇ ਜਸਵੀਰ ਨੇ ਦੱਸਿਆ ਕਿ 3 ਮਹੀਨੇ ਦਾ ਸਮਾਂ ਤੁਸੀਂ ਲੈ ਲਿਆ, ਫਿਰ ਹਫ਼ਤੇ ਦਾ ਸਮਾਂ ਲੈ ਲਿਆ, ਕਿ ਵਕੀਲ ਸਾਹਿਬਾਨ ਪੂਰੀ ਡਿਟੇਲ ਨਹੀਂ ਪੜ੍ਹ ਕੇ ਆਉਂਦੇ, ਕਿਉਂਕਿ ਇਹ 6 ਮਹੀਨੇ ਬਰਗਾੜੀ 'ਚ ਵੀ ਬੈਠੇ ਰਹੇ ਨਾ। ਉਹ ਲੋਕ ਮੰਗਦੇ ਆ ਕਿ ਇਹ ਸਰਕਾਰ ਕੋਲ ਇਨਸਾਫ ਕਿੱਦਾਂ ਮਿਲੂਗਾ, 3 ਤੋਂ 6 ਤੇ 6 ਤੋਂ ਸਾਲ ਤਾਂ ਨਾ ਲੱਗ ਜੇ ਬਾਅਦ 'ਚ। ਦੇਖੋ ਬਾਈ ਜੀ, ਤੁਸੀਂ ਮੇਰੇ ਨਾਲੋਂ ਵੱਧ ਸੂਝਵਾਨ ਹੋ, ਕਿਉਂਕਿ ਤੁਸੀਂ ਰੋਜ਼ ਮੇਰੇ ਨਾਲੋਂ ਵੱਧ ਇਸ ਮਸਲੇ ਬਾਰੇ ਜਾਣਦੇ ਹੋ, ਪਰ ਤੁਸੀਂ ਇਹ ਦੱਸੋ ਵੀ ਜੋ ਕੁਝ ਅਸੀਂ ਕਰਦੇ ਹਾਂ, ਅਸੀਂ ਇੱਥੇ ਆ ਕੇ ਦੱਸਦੇ ਹਾਂ ਇਹਨਾਂ ਨੂੰ ਵੀ ਅਸੀਂ ਆਹ ਇੰਨਾ ਕੁਝ ਕਰ ਲਿਆ। ਬਹੁਤ ਸਾਰਾ ਕੰਮ ਜਿਹੜਾ ਓਪਨਲੀ ਕਰਨ ਵਾਲਾ ਉਹ ਮੀਡੀਆ ਨੂੰ ਵੀ ਦੱਸ ਦਿੰਦੇ ਆ, ਪਰ ਬਹੁਤ ਸਾਰੀਆਂ ਗੱਲਾਂ ਇਹੋ ਜਿਹੀਆਂ ਜਿਹੜੀਆਂ ਹਲੇ ਸੀਕ੍ਰੇਟ ਆ, ਜਿਹੜੀਆਂ ਬਾਹਰ ਨਹੀਂ ਕੱਢੀਆਂ ਜਾ ਸਕਦੀਆਂ, ਉਹ ਇਹਨਾਂ ਦੇ ਗੋਰੇ ਹੋਣੇ ਦੇ ਕੰਨ 'ਚ ਵੀ ਦੱਸ ਦੇਈਆਂ ਵੀ ਭਾਈ ਅਸੀਂ ਆਹ ਕੰਮ ਕਰ ਲਿਆ, ਅਸੀਂ ਇੱਥੋਂ ਆ ਚੱਲ ਰਹੇ ਹਾਂ, ਇਸ ਜਗ੍ਹਾ ਤੇ ਜਾ ਕੇ ਸਾਨੂੰ ਆਹ ਪ੍ਰੋਬਲਮ ਆਊਗੀ, ਇੱਥੋਂ ਅਸੀਂ ਇਸ ਢੰਗ ਨਾਲ ਕੰਮ ਕਰਾਂਗੇ। ਸੋ ਇਸ ਵਾਸਤੇ ਤਾਂ ਇਹਨਾਂ ਨੂੰ ਬੇਨਤੀ ਕਰਨਾ ਹੈ ਕਿ ਕੌਮ ਦਾ ਮਸਲਾ ਆਪਾਂ ਰਲ ਮਿਲ ਕੇ ਲੜੀਏ। ਜਿਹੜੀ ਅਸੀਂ એનર્ਜੀ ਉਹਨਾਂ ਦੇ ਮਗਰ ਲਾਉਣੀ ਆ, ਅੱਜ ਸਾਰੀ ਫੋਰਸ ਤੁਸੀਂ ਦੇਖ ਲਓ ਕਿੰਨੇ ਜਿਹੜੀ ਹੈਗੀ ਹੈ ਫੋਰਸ ਜਿਹਨੇ ਕੰਮ ਕਰਨਾ ਸੀ, ਕੋਈ ਇੱਕ ਅੱਧਾ ਸਬੂਤ ਤਾਂ ਕੋਈ ਲੱਭਦੀ ਜਿਹੜੀ ਹੈਗੀ ਹੈ, ਉਹ ਸਾਰੀ ਫੋਰਸ ਅੱਜ ਇੱਥੇ ਆ, MLA ਇੱਥੇ ਆ, ਮੰਤਰੀ ਇੱਥੇ ਆ, ਸਪੀਕਰ ਸਾਹਿਬ ਇੱਥੇ ਆ। ਸੋ ਸਾਰੇ ਜਿਹੜੀ ਅਸੀਂ ਇਹ ਚਾਹੁੰਦੇ ਹਾਂ ਕਿ ਆਪਾਂ ਇਹਨੂੰ ਥੋੜ੍ਹਾ ਤੁਸੀਂ ਵੀ ਸਾਨੂੰ ਸਾਡੇ ਸਿਰ ਤੇ ਹੱਥ ਰੱਖੋ। ਇਹ ਜਿਨ੍ਹਾਂ ਨੇ ਸਰਕਾਰ ਬਣਾਈ ਹੈ, ਇਹਨਾਂ ਲੋਕਾਂ ਨੇ ਸਰਕਾਰ ਬਣਾਈ ਜਿਨ੍ਹਾਂ ਤੇ ਅਕਾਲੀਆਂ ਤੇ ਕਾਂਗਰਸੀਆਂ ਨੇ ਜ਼ਬਰ ਕੀਤਾ ਸੀ। ਸੋ ਇਸ ਵਾਸਤੇ ਇਹਨਾਂ ਨੂੰ ਅਸੀਂ ਬੇਨਤੀ ਕਰਨਾ ਹੈ ਕਿ ਤੁਸੀਂ ਸਾਨੂੰ ਥੋੜੀ ਜਿਹੀ ਰਿਲੈਕਸੇਸ਼ਨ ਦਿਓ, ਅਸੀਂ ਬਹੁਤ ਵਧੀਆ ਰਿਜ਼ਲਟ ਤੁਹਾਡੇ ਸਾਹਮਣੇ। ਇੱਕ ਹਫ਼ਤੇ ਬਾਅਦ ਵੱਡਾ ਇਕੱਠ ਲੱਗਿਆ, ਕੀ ਲੱਗਦਾ ਵੀ ਇੱਕ ਹਫ਼ਤੇ 'ਚ ਤੁਸੀਂ ਇਸ ਤਰ੍ਹਾਂ ਦਾ ਮਾਹੌਲ ਪੈਦਾ ਕਰ ਦੋਗੇ, ਕੁਝ ਇਸ ਤਰ੍ਹਾਂ ਦਾ ਫੈਸਲਾ ਜਿਹਦੇ ਕਰਕੇ ਕੋਈ ਵੱਡਾ ਅੱਗੇ ਐਕਸ਼ਨ ਨਾ ਲੈਣ? ਦੇਖੋ ਇਹਦੇ ਬਾਰੇ ਤਾਂ ਨਹੀਂ ਹਲੇ ਕੁਝ ਕਿਹਾ ਜਾ ਸਕਦਾ, ਪਰ ਸਾਡੀ ਤਾਂ ਐਫਰਟ ਇਹ ਹੈ ਕਿ ਅਸੀਂ ਮਿੰਟ ਤੇ ਜਿਹੜਾ ਕੋਈ ਵੱਡਾ ਕੰਮ ਕਰੀਏ, ਮਿੰਟ ਦੇ ਉੱਤੇ ਜੋ ਵੀ ਕੁਝ ਕਰ ਸਕਦੇ। 5 ਸਾਲ ਦੇ ਵਿੱਚੋਂ 1 ਸਾਲ ਜਿਹੜਾ ਇਦਾਂ ਬੀਤ ਜਾਊਗਾ, 4 ਸਾਲ ਰਹਿ ਜਾਣੇ ਆ ਕਿ ਇਲੈਕਸ਼ਨ ਨਹੀਂ ਨੇੜੇ। ਲੋਕਾਂ ਦੇ ਸਵਾਲ ਨੇ ਕਿ ਇਲੈਕਸ਼ਨ ਨਹੀਂ ਨੇੜੇ, ਕਿ ਇਲੈਕਸ਼ਨਾਂ ਦੇ ਨੇੜੇ ਜਾ ਕੇ ਸਰਕਾਰਾਂ ਕਰਦੀਆਂ ਹੁੰਦੀਆਂ, ਜਾਂ ਕੋਈ ਇਦਾਂ ਦਾ ਕੋਈ ਨਹੀਂ ਨੇੜੇ ਆ ਰਿਹਾ, ਉਸ ਕਰਕੇ ਕੰਮ ਰੁਕਿਆ ਹੋਇਆ। ਦੇਖੋ ਬਾਈ ਜੀ, ਗੱਲ ਇਹ ਆ ਵੀ ਕਿਉਂਕਿ ਪਹਿਲਾਂ ਇਦਾਂ ਦੀ ਸਟੇਟਮੈਂਟ ਨਾਲ ਲੈ ਕੇ ਆਉਂਦੇ ਸੀ, ਇਸ ਵਾਰ ਸਟੇਟਮੈਂਟਾਂ ਕੁਝ ਨਹੀਂ, ਸਿਰਫ ਵਰਬਲੀ ਗੱਲਬਾਤ ਹੋ ਰਹੀ ਹੈ। ਪਹਿਲਾਂ ਅਸੀਂ ਇੱਥੇ ਹੁੰਦੇ ਸੀਗੇ, ਕਵਰੇਜ ਕਰਦੇ ਸੀ, ਉਹਦੇ ਟਿਕ ਲੱਗੀ ਹੁੰਦੀ ਸੀ, ਆ ਸਟੇਟਮੈਂਟ ਹੈ, ਇੰਨੀ ਤਰੀਕ ਨੂੰ ਆਹ ਕੁਝ ਹੋ ਗਿਆ, ਇੰਨੀ ਨੂੰ ਆ ਗਿਆ। ਇਸ ਵਾਰ ਕੁਝ ਦੇਖਣ ਨੂੰ ਨਹੀਂ ਮਿਲਿਆ। ਦੇਖੋ ਗੱਲ ਇਹ ਹੈ ਵੀ ਰਿਪੀਟ ਕਰੋ ਸਵਾਲ ਥੋੜਾ ਜਿਹਾ, ਮੈਂ ਤੁਹਾਡਾ ਸਵਾਲ ਇਹ ਹੈ ਕਿ ਇਲੈਕਸ਼ਨ ਨਹੀਂ ਨੇੜੇ, 5 ਸਾਲ ਦੇ ਵਿੱਚੋਂ ਸਾਲ ਇੱਥੇ ਬੀਤ ਚੱਲਿਆ। ਦੇਖੋ ਗੱਲ ਸੁਣੋ, ਜਦੋਂ ਦੀ ਸਰਕਾਰ ਬਣੀ, ਜਿੱਦਾਂ ਦੀ ਵੀ ਸਰਕਾਰ ਬਣੀ ਜੀ, ਅਸੀਂ ਇਹ ਸੋਚ ਕੇ ਨਹੀਂ ਚੱਲਦੇ ਕਿ ਅਸੀਂ 5 ਸਾਲ ਬਾਅਦ ਲੋਕਾਂ ਜਾਣਾ ਜੀ। ਸਾਡੀ ਸਰਕਾਰ ਨੇ ਉਸੇ ਦਿਨ ਤੋਂ ਕੰਮ ਕਰਨਾ ਸ਼ੁਰੂ ਕੀਤਾ।
ਜਿੱਦਾਂ ਦੀ ਸਰਕਾਰ ਬਣੀ ਹੈ ਉਦੋਂ ਤੋਂ ਹੀ ਅਸੀਂ ਹਰ ਕੰਮ, ਜੇ ਅਸੀਂ ਇਹ ਸੋਚ ਕੇ ਚੱਲਦੇ ਤਾਂ ਅਸੀਂ ਬਿਜਲੀ ਮਾਫੀ ਜਿਹੜੀ ਆ ਉਹ ਇਲੈਕਸ਼ਨਾਂ ਦੇ ਨੇੜੇ ਜਾ ਕੇ ਕਰਦੇ ਤਾਂ ਹੋਰ ਜਿਹੜਾ ਕੁਛ ਸੀਗਾ ਜੋ ਵੀ ਕਰਨਾ ਸੀ ਉਹ ਇਲੈਕਸ਼ਨਾਂ ਦੇ ਨੇੜੇ ਜਾ ਕੇ ਕਰਦੇ। ਅਸੀਂ ਤਾਂ ਉਸੇ ਤੋਂ ਸ਼ੁਰੂ ਕੀਤਾ ਹੋਇਆ। ਅਸੀਂ ਇਹ ਸੋਚ ਕੇ ਨਹੀਂ ਕੰਮ ਕਰਦੇ ਵੀ ਅਸੀਂ ਇਲੈਕਸ਼ਨਾਂ ਦੇ ਵਿੱਚ ਜਾਣਾ। ਅਸੀਂ ਤਾਂ ਇਹ ਮੰਨ ਕੇ ਕੰਮ ਕਰ ਰਹੇ ਹਾਂ ਕਿ ਯਾਰ ਇਹ ਸਾਡਾ ਫਰਜ਼ ਆ, ਅਸੀਂ ਕਰਨਾ। ਪਰ ਜਿਹੜਾ ਲੋਕਾਂ ਦੇ ਮਨ ਦੇ ਵਿੱਚ ਚੀਜ਼ ਭਰੀ ਗਈ ਉਹ ਇਹ ਭਰੀ ਗਈ ਕਿ ਸਰਕਾਰ ਦੇ ਹੀ ਹੱਥ ਵੱਸ ਹੁੰਦਾ, ਸਰਕਾਰ ਦੇ ਮੁਤਾਬਕ ਹੀ ਸੂਬਾ ਚੱਲਦਾ ਤੇ ਕੁਝ ਦਿਨਾਂ ਦੇ ਵਿੱਚ ਸੁਧਾਰ ਹੋ ਜਾਊਗਾ। ਪਰ ਉਹਨਾਂ ਦੇ ਮਨ ਚੋਂ ਗੱਲ ਕਿਵੇਂ ਨਿਕਲੂਗੀ ਹੁਣ? ਇਹ ਨਿਕਲਣੀ ਹੁਣ ਜੇ ਤੁਹਾਡੇ ਮੁਤਾਬਕ ਦੱਸੀ ਜਾਵੇ ਤਾਂ ਸੌਖੀ ਨਿਕਲੇ। ਫਿਰ ਦੇਖੋ ਤੁਸੀਂ ਜਿੱਦਾਂ ਦੀ ਸਰਕਾਰ ਬਣੀ ਹੈ ਬੜੀਆਂ ਸੁਧਾਰ ਹੋਇਆ, ਬਹੁਤ ਕੁਝ ਸੁਧਰਿਆ। ਲੋਕ ਆਪ ਕਹਿੰਦੇ ਜੀ ਅੱਗੇ ਨਾਲੋਂ ਬਹੁਤ ਫਰਕ ਪਿਆ, ਉਹ ਸਰਕਾਰ ਬਣਨਾ ਹੀ ਫਰਕ ਪਿਆ ਨਾ। ਤੋ ਵੀਰ ਜੀ ਸਾਰਾ ਕੰਮ ਜਿੱਥੇ ਵੀ ਤੁਹਾਨੂੰ ਦੱਸ ਰਹੇ, ਕਦੇ ਐ ਹੁੰਦਾ ਸੀਗਾ ਵੀ ਜਿਹੜਾ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੇਲੇ ਜਾਂ ਬਾਦਲਾਂ ਦੀ ਸਰਕਾਰ ਵੇਲੇ ਤੁਹਾਨੂੰ ਇੱਥੇ ਬੈਠ ਕੇ ਪਬਲਿਕ ਦੇ ਵਿੱਚ ਆ ਕੇ ਉਹ ਦੱਸ ਕੇ ਗਏ ਹੁਣ ਵੀ ਯਾਰ ਅਸੀਂ ਆਹ ਕੁਝ ਕਰ ਰਹੇ ਹਾਂ। ਪਤਾ ਕਰਨ ਤੇ ਬਾਜਵਾ ਸਾਹਿਬ, ਗਿੱਲ ਸਾਹਿਬ, ਹਰਮਿੰਦਰ ਗਿੱਲ ਸਾਹਿਬ ਉਹ ਵੀ ਆਏ ਸੀ ਇਸ ਤਰ੍ਹਾਂ। ਚਾਰ ਹੀ ਅੱਜ ਆਏ, ਚਾਰ ਹੀ ਉਦੋਂ। ਚੀਜ਼ ਦੀ ਸਾਡੇ ਮਨ 'ਚ ਪਹਿਲਾਂ ਹੀ ਜਿਸ ਤਰ੍ਹਾਂ ਤੁਸੀਂ ਅੱਜ ਸਿੱਖ ਹੋਣ ਦਾ ਵਾਸਤਾ ਪਾਇਆ, ਸਿੱਖੋ ਸਾਹਿਬ ਬੇਨਤੀ, ਸੰਧਵਾ ਸਾਹਿਬ ਨੇ ਸਿੱਖ ਹੋਣ ਦਾ ਵਾਸਤਾ ਪਾਇਆ, ਬੈਂਸ ਸਾਹਿਬ ਨਹੀਂ ਪਾਇਆ, ਉਹ ਵੀ ਇਸ ਤਰ੍ਹਾਂ ਹੀ ਵਾਸਤਾ ਪਾ ਕੇ ਗਏ। ਦੇਖੋ ਗੱਲ ਇਹ ਆ ਵੀ ਹਰ ਇੱਕ ਬੰਦੇ ਦੀ ਆਪਦਾ ਪਿਛੋਕੜ ਹੁੰਦਾ। ਮੈਂ ਇਸ ਦੇ ਨਾਲ ਮੈਂ ਕੋਈ ਸਾਨ ਨਹੀਂ ਕੀਤਾ। ਜਦੋਂ ਸਾਡੇ ਸਾਰੇ ਬੰਦੀ ਸਿੰਘ ਇੱਥੇ ਬੰਦ ਸੀਗੇ ਤੇ ਸਰਦਾਰ ਗੁਰਜੀਤ ਸਿੰਘ ਹੋਣਾ ਦਾ ਸੰਸਕਾਰ ਹੋ ਰਿਹਾ ਸੀ ਤਾਂ ਮੈਂ ਉੱਥੇ ਇਹ ਕਿਉਂਕਿ ਵਾਅਦਾ ਕੀਤਾ ਸੀ ਜਿੰਨਾ ਚਿਰ ਬੰਦੇ ਨਹੀਂ ਛੱਡੇ ਜਾਂਦੇ ਤਾਂ ਉੱਥੇ ਇਹ ਲੋਕਾਂ 'ਚ ਖੜ ਕੇ ਕਿਹਾ ਸੀ ਵੀ ਬੇਸ਼ੱਕ ਮੈਨੂੰ ਨਾਲ ਮੱਚਣਾ ਪਵੇ ਅਸੀਂ ਬੰਦੇ ਆਪਦੇ ਰਿਹਾ ਕਰਾਵਾਂਗੇ। ਸਾਰੀਆਂ ਬੀਬੀਆਂ, ਸਾਰੇ ਵੀਰ ਜਿੰਨਾ ਚਿਰ ਥਾਣਿਆਂ 'ਚੋਂ ਰਿਹਾ ਨਹੀਂ ਹੋਏ ਉਹਨਾਂ ਚਿਰ ਇੱਥੇ ਸੰਸਕਾਰ ਨਹੀਂ ਹੋਣ ਦਿੱਤਾ। ਉੱਥੇ ਸਰਕਾਰ ਦੇ ਏਜੰਟ ਵੀ ਸੀ, ਸਾਰੇ ਸੀਗੇ ਜਿਹੜੇ ਬੰਦਿਆਂ ਨੂੰ ਧਮਕੀਆਂ ਵੀ ਦੇ ਰਹੇ ਸੀ, ਪਰ ਉੱਥੇ ਬਾਬੇ ਨਾਨਕ ਦੀ ਕਿਰਪਾ ਨਾਲ ਅੜ ਕੇ ਖੜੇ ਸੀ ਔਰ ਬੰਦੇ ਰਿਹਾ ਕਰਾਏ। ਅਸੀਂ ਮੈਂ ਤੁਹਾਨੂੰ ਇਹ ਗੱਲ ਕਹਿਣੀ ਚਾਹੁੰਦਾ ਕਿ ਗੁਰਦਿੱਤ ਸਿੰਘ ਸੇਖੋ ਜਾਂ ਕੁਲਤਾਰ ਸੰਧਵਾ ਹੋਣ ਦਾ ਬੈਕਗ੍ਰਾਉਂਡ ਕੁਝ ਹੋਰ ਹੈ। ਅਸੀਂ ਕੋਈ ਪੋਲੀਟਿਕਸ ਕਰਨ ਵਾਸਤੇ ਨਹੀਂ ਆਏ। ਪਰ ਉਦੋਂ ਤੇ ਪਾਵਰ 'ਚ ਨਹੀਂ ਸੀ, ਪਰ ਅੱਜ ਤੁਸੀਂ ਪਾਵਰ 'ਚ ਕਿਉਂ ਨਹੀਂ ਵੱਡੇ ਫੈਸਲੇ ਲਏ ਜਾ ਸਕਦੇ? ਭਾਈ ਜੀ ਲੱਗੇ ਹੋਏ ਆ, ਲੱਗੇ ਹੋਏ ਆ ਮਹਾਰਾਜ। ਤੁਸੀਂ ਸਾਡੀ ਇਹਦੇ 'ਚ ਨੀਅਤ 'ਚ ਖੋਟ ਤਾਂ ਕੱਢੋ ਨਾ ਵੀ ਆਹ ਕੰਮ ਯਾਰ ਤੁਸੀਂ ਗਲਤ ਕੀਤਾ। ਅਸੀਂ ਕੋਈ ਵੀ ਕੰਮ ਜਿਹੜਾ ਆਪਦੇ ਨਿੱਜੀ ਫਾਇਦੇ ਵਾਸਤੇ ਨਹੀਂ ਕਰਾਂਗੇ, ਕੋਈ ਵੀ ਕੰਮ ਇਹੋ ਜਿਹਾ ਨਹੀਂ ਕਰਾਂਗੇ ਜਿਹਦੇ ਨਾਲ ਸਾਡੀ ਕੌਮ ਦਾ ਸਿਰ ਨੀਵਾਂ ਹੋਵੇ। ਇਹ ਐਮਐਲਏ ਸ਼ਿਪ ਤੇ ਇਹ ਤਾਂ ਆਉਂਦੇ ਜਾਂਦੇ ਰਹਿੰਦੇ ਆ, ਪਰ ਜਿਹੜਾ ਸਾਨੂੰ ਗੁਰੂ ਨੇ ਸਿਧਾਂਤ ਦਿੱਤਾ ਉਹ ਸਿਧਾਂਤ ਦੇ ਉੱਤੇ ਖੜ ਕੇ ਲੜ ਕੇ ਤੁਹਾਨੂੰ ਅਸੀਂ ਇਹ ਜਿੱਤ ਪ੍ਰਾਪਤ ਕਰਕੇ ਦਿਖਾਵਾਂਗੇ। ਆਹੀ ਮੈਕ ਉਹਦੇ ਥੋੜੇ ਜਿਹੜੇ ਆ ਇਹ ਮੈਕ ਤੁਹਾਡੇ ਕੋਲ ਰਹੇ ਨੇ, ਇਹਦੇ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ ਹੈ। ਤੁਹਾਡੇ ਜਦੋਂ ਤੁਸੀਂ ਇਲੈਕਸ਼ਨ ਖੜੇ ਸੀ ਉਦੋਂ ਵੀ ਤੁਹਾਨੂੰ ਕਵਰੇਜ ਕਰਦੇ ਆ, ਅੱਜ ਵੀ ਕਰ ਰਹੇ ਹਾਂ, ਸਵਾਲ ਵੀ ਅਸੀਂ ਵੀ ਕਰਨੇ, ਸਾਡਾ ਹੀ ਫਰਜ਼ ਆ ਕਿਉਂਕਿ ਉਦੋਂ ਵਿਰੋਧੀਆਂ ਦੇ ਸਵਾਲ ਵੀ ਤੁਹਾਨੂੰ ਹੀ ਅਸੀਂ ਆ ਕੇ ਕਹਿੰਦੇ ਤੁਸੀਂ ਫਲਾਨੀ ਪਾਰਟੀ ਨੇ ਕੀ ਕੀਤਾ, ਉਹਦੇ ਬਾਰੇ ਕੀ ਸੁਧਾਰ ਕਰੋਗੇ, ਹੁੰਦੀਆਂ ਰਹੀਆਂ ਗੱਲਾਂ। ਫਰੀਦਕੋਟ ਦੇ ਮਸਲਿਆਂ ਦੇ ਆਪਣੀਆਂ ਇੰਟਰਵਿਊ ਵੀ ਹੋਈਆਂ, ਪਰ ਹੁਣ ਜੇ ਸਵਾਲ ਅਸੀਂ ਨਾ ਪੁੱਛਾਂਗੇ ਤੇ ਕੌਣ ਪੁੱਛੋ? ਪੁੱਛੋ ਜੀ, ਅਸੀਂ ਜਵਾਬ ਦੇਵਾਂਗੇ। ਅਸੀਂ ਜਵਾਬ ਦੇ ਆ ਲੋਕਾਂ ਨੂੰ, ਤੁਹਾਨੂੰ ਅਸੀਂ ਜਵਾਬ ਦੇ ਆ ਕਿਉਂਕਿ ਤੁਸੀਂ ਸਾਡੀ ਸਰਕਾਰ ਬਣਾਈ ਹੈ। ਉਹ ਨਾਲ ਦੀ ਨਾਲ ਅਸੀਂ ਇਹ ਵੀ ਦੱਸ ਰਹੇ ਹਾਂ ਕਿ ਯਾਰ ਅਸੀਂ ਕਰ ਕੀ ਰਹੇ ਹਾਂ, ਉਹਨਾਂ ਤੇ ਸਾਡੇ 'ਚ ਕੀ ਫਰਕ ਹੈ। ਬਸ ਇਹੀ ਬੇਨਤੀ ਹੈ ਤੁਹਾਨੂੰ। ਸੌਦਾ ਸਾਹਿਬ ਦੋਸ਼ੀ ਐਲਾਨ ਦਿੱਤਾ ਗਿਆ ਵਾ ਸਰਕਾਰ ਵੱਲੋਂ ਵੀ, ਦੋਸ਼ੀ ਆ ਤੇ ਉਹਦੀਆਂ ਨਾਮ ਚਰਚਾਵਾਂ ਤੇ ਹੁਣ ਪੰਜਾਬ ਦੇ ਵਿੱਚ ਖਾਸ ਕਰਕੇ ਮਾਝੇ 'ਚ ਹੋਣੀਆਂ ਚਾਲੂ ਹੋ ਚੁੱਕੀਆਂ ਇਸ ਟਾਈਮ ਦੇ ਉੱਤੇ ਸਿੱਖ ਜਥੇਬੰਦੀਆਂ ਦੇ ਜਿਹੜੇ ਨਾਮ ਚਰਚਾ ਉੱਥੇ ਕਰਨ ਗਏ ਸੀ ਉਹਨਾਂ ਦੇ ਟਕਰਾਓ ਦੇ ਬਣ ਗਿਆ ਸੀ। ਇੱਕ ਦਿਨ ਦੇ ਵਿੱਚ ਪਹਿਲਾਂ ਤਰਨਤਾਰਨ ਦੇ ਵਿੱਚ ਹੁੰਦੀ ਆ ਤੇ ਰਾਤ ਨੂੰ ਉਹ ਆਪਣੇ ਪਾਸੇ ਤੁਰੇ ਫਿਰਦੇ ਆ, ਡਾਂਗਾ ਸੋਟੇ ਲੈ ਕੇ ਸਿੱਖ ਜਥੇਬੰਦੀਆਂ ਆਪਣੇ ਪਾਸੇ ਤੁਰਦੇ ਆ। ਕੀ ਲੱਗਦਾ ਨਹੀਂ ਕਿ ਇਹਨੂੰ ਨੱਥ ਪੈਣੀ ਚਾਹੀਦੀ ਹੈ? ਦੇਖੋ ਪੰਜਾਬ ਦੇ ਅੰਦਰ ਕਿਸੇ ਵੀ ਕੀਮਤ ਦੇ ਉੱਤੇ ਕੋਈ ਵੀ ਬੰਦਾ ਜਿਹੜਾ ਉਹ ਪੰਜਾਬ ਦੀ ਸ਼ਾਂਤੀ ਨੂੰ ਲਾਂਬੂ ਨਹੀਂ ਲਾ ਸਕਦਾ। ਮੈਂ ਇਸ ਗੱਲ ਦਾ ਜਿਹੜਾ ਹੈ ਵੀ ਗਵਾਹ ਹਾਂ। ਜਦੋਂ ਤੁਹਾਡੇ ਸਾਥੀ ਵੀ ਕੁਛ ਆਏ ਸੀ, ਸਿੱਧੂ ਮੂਸੇਵਾਲੇ ਦਾ ਜਿੱਦੇ ਕਤਲ ਹੋਇਆ, ਮੈਂ ਸਭ ਤੋਂ ਪਹਿਲਾਂ ਇਹ ਗੱਲ ਕਹੀ ਸੀ ਵੀ ਗੋਲੀ ਦਾ ਜਵਾਬ ਗੋਲੀ ਨਾ ਦੇਵਾਂਗੇ। ਜਿਹੜਾ ਬੰਦਾ ਇਹੋ ਜਿਹਾ ਕੰਮ ਕਰੂਗਾ ਉਸ ਬੰਦੇ 'ਤੇ ਗੋਲੀ ਮਾਰ ਦੇਣੀ ਚਾਹੀਦੀ ਹੈ, ਠੀਕ ਹੈ ਕਿ ਨਹੀਂ? ਜਿਹੜਾ ਮੈਂ ਤੁਹਾਨੂੰ ਇਹ ਗੱਲ ਕਹਿਣੀ ਚਾਹੁੰਦਾ ਕਿ ਜਿਹੜਾ ਵੀ ਬੰਦਾ ਪੰਜਾਬ ਦੀ ਸ਼ਾਂਤੀ ਨੂੰ ਲਾਂਬੂ ਲਾਊਗਾ ਉਹ ਬਖਸ਼ਿਆ ਨਹੀਂ ਜਾਊਗਾ, ਕੋਈ ਵੀ ਬੰਦਾ ਹੋਵੇ। ਬਹੁਤ ਸਾਰੇ ਲੋਕ ਆ ਜਿਹੜੇ ਪੰਜਾਬ ਦੇ ਹਾਲਾਤ ਵਿਗਾੜਨ ਵਾਸਤੇ, ਚਾਹੇ ਉਹ ਸ਼ਹੀਦ ਭਗਤ ਸਿੰਘ ਹੋਣਾ ਬਾਰੇ ਕੁਝ ਕਿਹਾ ਜਾਵੇ, ਚਾਹੇ ਕਿਸੇ ਹੋਰ ਬਾਰੇ ਕੁਝ ਕਿਹਾ ਜਾਵੇ, ਉਹ ਸਾਰਾ ਪੰਜਾਬ ਦੇ ਮਾਹੌਲ ਨੂੰ ਖਰਾਬ ਕਰਨ ਵਾਸਤੇ ਜਿਹੜੇ ਲੱਗੇ ਹੋਏ ਆ। ਸੋ ਇਸ ਵਾਸਤੇ ਤੁਹਾਨੂੰ ਇਹ ਬੇਨਤੀ ਹੈ। ਤੁਸੀਂ ਕਿਹਾ ਵੀ ਗੋਲੀ ਦਾ ਜਵਾਬ ਗੋਲੀ ਨਾਲ, ਫਿਰ ਅਦਾਲਤਾਂ, ਥਾਣੇ, ਕਾਰਵਾਈਆਂ ਉਹਨਾਂ ਦਾ ਕੀ ਤੁਸੀਂ ਇਸ ਗੱਲ ਦੇ ਹੱਕ 'ਚੋਂ ਵੀ ਐਨਕਾਊਂਟਰ ਹੋਣੇ ਚਾਹੀਦੇ? ਦੇਖੋ ਜਿਹੜਾ ਬੰਦਾ ਪੁਲਿਸ ਦੇ ਉੱਤੇ ਗੋਲੀ ਚਲਾ ਰਿਹਾ, ਲੋਕਾਂ ਦੇ ਪੁੱਤ ਮਾਰ ਰਿਹਾ, ਫਿਰ ਉਹਨੂੰ ਕਿਉਂ ਬਖਸ਼ਿਆ ਜਾਵੇ? ਜਿਹੜੀ ਪੁਲਿਸ ਲੋਕਾਂ ਤੇ ਗੋਲੀ ਚਲਾਉਂਦੀ ਆ ਤੇ ਦੋ ਸਿੰਘ ਸ਼ਹੀਦ ਹੁੰਦੇ ਆ ਉਹ ਵੀ ਨਹੀਂ ਬਖਸ਼ੀ, ਕੋਈ ਬੰਦਾ ਬਖਸ਼ਿਆ ਨਹੀਂ ਜਾਊਗਾ। ਤੁਹਾਨੂੰ ਅਣਪਛਾਤੀ ਹੋ ਜਾਂਦੀ ਹੈ ਪੰਜਾਬ ਦੀ। ਬਾਈ ਜੀ ਤੁਸੀਂ ਜਿਹੜਾ ਹੈਗਾ ਉਹਨਾਂ ਨਾਲ ਪਹਿਲਾਂ ਵੀਰਾਂ ਨਾਲ ਗੱਲ ਹੋ ਚੁੱਕੀ ਹੈ, ਤੁਸੀਂ ਥੋੜਾ ਲੇਟ ਆਏ ਹੋ। ਅਸੀਂ ਤੁਹਾਨੂੰ ਇਹ ਬੇਨਤੀ ਕਰਦੇ ਹਾਂ ਕਿ ਸਾਡੀ ਸਰਕਾਰ ਆ ਜਿਹੜੀ ਉਹ ਲੋਕਾਂ ਨੂੰ ਜਵਾਬ ਦੇ ਆ ਤੁਹਾਡੇ ਰਾਹੀਂ, ਔਰ ਹਰ ਗੱਲ ਦਾ ਜਿਹੜਾ ਸਵਾਲ ਦਾ ਜਵਾਬ ਦੇਵਾਂਗੇ। ਅਸੀਂ ਜਿਹੜਾ ਉਹਨਾਂ ਵਾਂਗੂ ਭੱਜਣ ਵਾਲੇ ਨਹੀਂ ਹੈ, ਅਸੀਂ ਲੋਕਾਂ ਦੇ ਨੁਮਾਇੰਦੇ। ਸਾਰੀ ਟੀਮ ਵੱਲੋਂ ਕਾਨੂੰਨ ਦਾ ਵਾਸਤਾ ਪਾਇਆ ਗਿਆ ਕਿ ਕਾਨੂੰਨ ਦੇ ਮੁਤਾਬਕ ਕਾਨੂੰਨ ਇੱਥੇ ਖੜਾ, ਪਰ ਤੁਹਾਡੀ ਤੇ ਉਹ ਸ਼ਬਦ ਰਲ ਨਹੀਂ ਰਹੇ। ਜਿਵੇਂ ਤੁਸੀਂ ਕਿਹਾ ਗੋਲੀ ਦਾ ਜਵਾਬ, ਜਿਹੜਾ ਬੰਦਾ ਤੁਹਾਡੇ ਤੇ ਗੋਲੀ, ਦੇਖੋ ਮੇਰੀ ਗੱਲ ਸੁਣੋ, ਉਹ ਗੋਲੀਆਂ ਚਲਾਈਆਂ, ਗੋਲੀ ਨੇ ਦਿੱਤਾ ਨਾ।
ਦਹਿਸ਼ਤ ਜਿਹੜਾ ਮਾੜਾ ਬੰਦਾ ਉਹਦੇ ਦਿਮਾਗ 'ਚ ਵੀ ਦਹਿਸ਼ਤ ਹੋਣੀ ਚਾਹੀਦੀ। ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦਾ ਵੀ ਅਸੀਂ ਜਿਹੜਾ ਬੰਦਾ ਚਾਹੇ ਇਸ ਤੋਂ ਉੱਤੇ ਵੀ ਆ, ਤੁਸੀਂ ਜਿਹੜੀ ਗੱਲ ਕਹੀ ਹੈ ਵੀ ਪੰਜਾਬ ਨੂੰ ਲਾਂਬੂ ਲਾਊਗਾ, ਅਸੀਂ ਕਿਸੇ ਵੀ ਬੰਦੇ ਨੂੰ ਪੰਜਾਬ ਦਾ ਜਿਹੜਾ ਹਾਲਾਤ ਖਰਾਬ ਕਰਨ ਦੀ ਇਜਾਜ਼ਤ ਨਹੀਂ ਦਿੰਦੇ, ਚਾਹੇ ਕੋਈ ਵੀ ਹੋਵੇ। ਪੰਜਾਬ ਤੋਂ ਬਾਹਰ ਦੇ ਜਿੰਨੇ ਗੈਂਗਸਟਰ ਸੋ ਕਾਲਡ ਮੁੰਡੇ ਫੜੇ ਗਏ ਆ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਉਹਨਾਂ ਦੇ ਜਿਹੜੇ ਹੈਗੇ ਆ ਰਿਮਾਂਡ ਮਿਲ ਜਾਂਦੇ ਆ। ਪੰਜਾਬ ਦੇ 2 ਮੁੰਡੇ ਆ ਉਹਨਾਂ ਦੇ ਐਨਕਾਊਂਟਰ ਹੋ ਗਏ। ਲੋਕ ਇਹ ਵੀ ਸਵਾਲ ਤੁਹਾਡੀ ਸਰਕਾਰ ਹੈ ਕਿ ਪੰਜਾਬ ਦੇ ਲੋਕ ਦੇਖੋ ਗੱਲ ਇਹ ਹੈ ਬਾਈ ਜੀ, ਉਹ ਸਿਲੰਡਰ ਕਰ ਸਕਦੇ ਸੀ, ਉਹ ਵੀ ਦੂਜੇ ਬੰਦਿਆਂ ਨੇ ਸਿਲੰਡਰ ਕੀਤੇ ਆ ਜਾ ਕੇ, ਜਾਂ ਕੋਈ ਕਿਸੇ ਵੀ ਢੰਗ ਨਾਲ ਗ੍ਰਿਫਤਾਰ ਹੋਇਆ। ਇਹ ਬੰਦਿਆਂ ਨੇ ਪੁਲਿਸ ਤੇ ਗੋਲੀਆਂ ਚਲਾਈਆਂ, ਤੇ ਗੋਲੀ ਦਾ ਜਵਾਬ ਤਾਂ ਗੋਲੀ ਨਹੀਂ ਮਿਲੂ ਨਾ। ਅੱਛਾ, ਕਲਾਸ ਦੇ ਵਿੱਚ ਪੰਜਾਬ 'ਚ ਚਿੱਟੇ ਦਾ ਬੜਾ ਜ਼ੋਰ ਆ। ਵੈਸੇ ਕਾਲੀਆਂ ਨੂੰ ਬੜਾ ਰੱਜ ਕੇ ਕੋਸਿਆ ਤੁਸੀਂ, ਕਾਂਗਰਸ ਨੂੰ ਬੜਾ ਰੱਜ ਕੇ ਕੋਸ ਲਿਆ ਤੁਸੀਂ, ਵਾਰੀ ਤੁਹਾਡੀ ਆਈ ਆ। ਵੈਸੇ ਉੱਤੇ ਤਾਂ ਪੈਸਾ ਪੂਸਾ ਨਹੀਂ ਲੱਗਣਾ, ਕਿਉਂ ਨਹੀਂ ਪ੍ਰਸ਼ਾਸਨ ਨੂੰ ਨੱਥ ਪਾਉਂਦੇ ਕਿ ਇਹ ਜਿਹੜਾ ਚਿੱਟਾ ਹੀ ਰੋਕਦੀ ਆਪਾਂ ਉਹਨਾਂ ਚਿਰ ਪਹਿਲਾਂ ਇਹ ਇਨਸਾਫ ਤੇ ਚਲੋ ਟਾਈਮ ਵੀ ਲੱਗ ਜੂ। ਦੇਖੋ ਵੈਸੇ ਤਾਂ ਇਹ ਆ ਵੀ ਜਦੋਂ ਤੁਸੀਂ ਇਸ ਜਗ੍ਹਾ ਤੇ ਆਏ ਆ, ਤੁਸੀਂ ਕਿਸੇ ਦਿਨ ਇੰਟਰਵਿਊ ਕਰੋ ਇਸ ਗੱਲ ਤੇ, ਮੇਰੇ ਇਲਾਕੇ 'ਚ ਆਓ ਫਰੀਦਕੋਟ 'ਚ, ਮੈਂ ਤੁਹਾਨੂੰ ਦਿਖਾਉਣਾ ਵੀ ਅਸੀਂ ਕੀ ਬਦਲਿਆ, ਕਿੰਨੇ ਬੰਦਿਆਂ ਦਾ ਨਸ਼ਾ ਛੁਡਾਇਆ। ਜਿਹੜੇ ਬੰਦੇ ਨਸ਼ਾ ਕਰਦੇ ਆ ਤੁਸੀਂ ਸਾਰੇ ਜਾਣਦੇ ਆ, ਜਿਹੜਾ ਬੰਦਾ ਨਸ਼ੇ ਤੇ ਇੱਕ ਵਾਰੀ ਲੱਗ ਜਾਂਦਾ। ਇੱਕ ਮਿੰਟ ਮੇਰੀ ਬੇਨਤੀ ਸੁਣੋ ਖਾਲਸਾ ਜੀ, ਮੇਰੀ ਗੱਲ ਸੁਣੋ, ਮੈਂ ਤੁਹਾਨੂੰ ਦੱਸਦਾ ਨਾ ਵੀ ਕਿਵੇਂ ਰੁਕਦਾ। MLA ਆਪ ਜਾ ਕੇ ਲੋਕਾਂ ਦਾ, ਜਿਹੜੇ ਬੰਦੇ ਨਸ਼ਾ ਛੱਡਣਾ ਚਾਹੁੰਦੇ ਉਹਨਾਂ ਦਾ ਨਸ਼ਾ ਛਡਾਉਂਦੇ ਆ, ਜਿਹੜੇ ਬੰਦੇ ਨਸ਼ਾ ਵੇਚਦੇ ਆ ਫੜ ਕੇ ਜੇਲ੍ਹਾਂ ਛੱਡਦੇ ਆ। ਆਪ 11 ਬੰਦੇ ਫੜ ਕੇ, ਮੇਰਾ ਕਹਿਣ ਤੋਂ ਭਾਵ ਇਹ ਆ ਅਸੀਂ ਉਹਨਾਂ ਵਰਗੇ ਨਹੀਂ ਵੀ ਸਾਨੂੰ ਹਿੱਸਾ ਦਿਓ ਤੇ ਅਸੀਂ ਉਹਦੇ ਵਿੱਚੋਂ, ਪਰ ਜਿਹੜੇ ਬੰਦੇ ਨਸ਼ਾ ਕਰਦੇ ਆ ਉਹਨਾਂ ਨੂੰ ਨਸ਼ਾ ਛੱਡਣ ਤੇ ਟਾਈਮ ਲੱਗੂ। ਸਵਾਲ ਉੱਠਿਆ ਸੀਗਾ ਪਿਛਲੇ ਦਿਨੀ ਕਿ ਫਰੀਦਕੋਟ ਦੀ SSP ਸਾਹਿਬ ਮਾਨਦਾਰ ਆਏ ਸੀਗੇ ਤੇ MLA ਦੀ ਵਜ੍ਹਾ ਨਾਲ ਇੱਥੋਂ ਤਬਾਦਲਾ ਹੋ ਗਿਆ, ਕੋਈ ਸੁਧਾਰ ਕਰਨਾ ਚਾਹੁੰਦੇ ਸੀ, ਉਹਦੇ ਬਾਰੇ ਕੀ ਪ੍ਰਤੀਕਿਰਿਆ? ਦੇਖੋ ਵੈਸੇ ਤਾਂ ਇਹ ਬਦਲੀਆਂ ਜਿਹੜਾ ਕੁਦਰਤੀ ਪ੍ਰੋਸੈਸ ਹੈ, ਪੁਲਿਸ ਦੇ ਵਿੱਚ ਬਦਲੀਆਂ ਹੁੰਦੀਆਂ ਰਹਿੰਦੀਆਂ, ਪਰ ਇਹ ਸਾਰੀ ਜਿਹੜੀ ਗੱਲ ਮੀਡੀਆ ਦੀ, ਮੇਰੇ ਬਾਰੇ ਤੁਸੀਂ ਇੱਕ ਗੱਲ ਪੁੱਛੋ, ਇੱਥੇ ਅਧਿਕਾਰੀ ਖੜਿਆ, ਅੱਜ ਤੱਕ ਮੈਂ ਕਿਸੇ ਕੰਸਟੇਬਲ ਦੀ ਬਦਲੀ ਵਾਸਤੇ ਵੀ ਨਹੀਂ ਕਿਹਾ, SSP ਦੀ ਬਦਲੀ ਤਾਂ ਦੂਰ ਦੀ ਗੱਲ ਹੈ। ਮੈਂ ਹਮੇਸ਼ਾ ਇਹ ਗੱਲ ਕਹੀ ਹੈ ਕਿ ਮੇਰੇ ਇਲਾਕੇ 'ਚ ਨਸ਼ਾ, ਬਾਈ ਸੋਸ਼ਲ ਮੀਡੀਆ ਦਾ ਮੈਂ ਆਪ ਦਾ ਜਵਾਬ ਦੇ ਸਕਦਾ, ਜਿਹੜੀ ਗੱਲ ਮੇਰੀ ਆ ਮੈਂ ਉਹਦਾ ਜਵਾਬ ਦੇ ਸਕਦਾ। ਕੋਈ ਪ੍ਰੈਸ਼ਰ ਨਹੀਂ ਸੀ ਉਹਦੇ ਵਿੱਚ? ਕਿਹਦੇ ਮੇਰਾ ਕੀ ਪ੍ਰੈਸ਼ਰ ਹੋਊਗਾ? ਮੇਰੇ ਅਧਿਕਾਰੀ ਖੜੇ, ਪੁੱਛੋ ਵੀ ਕਿਸੇ ਬਾਰੇ ਫੋਨ ਕੀਤਾ, ਕੋਈ ਬੰਦਾ ਬਦਲ ਦਿਓ, ਕਿਸੇ ਨੂੰ ਕੋਈ ਸਿਪਾਹੀ ਬਦਲਾਇਆ ਹੋਵੇ, ਕੋਈ SHO ਲਵਾਇਆ ਹੋਵੇ, ਕੋਈ DSP ਲਵਾਇਆ ਹੋਵੇ, ਕੋਈ ਲਵਾਇਆ ਹੋਵੇ। ਮੈਂ ਤਾਂ ਚਾਹੁੰਦਾ ਮੇਰੇ ਇਲਾਕੇ 'ਚ ਬਸ ਨਸ਼ਾ ਬੰਦ ਹੋਵੇ, ਗੁੰਡਾਗਰਦੀ ਬੰਦ ਹੋਵੇ, ਕੋਈ ਲੜੇ ਨਾ। ਪਿੰਡਾਂ ਜਾ ਕੇ ਆਪ ਲੋਕਾਂ ਨੂੰ ਕਹਿਣਾ ਯਾਰ ਲੜੋ ਨਾ। ਸੋ ਇਸ ਵਾਸਤੇ ਵੀਰੋ ਸੋਸ਼ਲ ਮੀਡੀਆ ਦੀ ਗੱਲ ਨੂੰ ਛੱਡੋ, ਤੁਸੀਂ ਗੁਰਦਿੱਤ ਸੇਖੋਂ ਦੀ ਬੈਕਗ੍ਰਾਉਂਡ ਦੇਖੋ, ਫਿਰ ਤੁਹਾਨੂੰ ਆਪੇ ਪਤਾ ਲੱਗ ਜਾਊ ਗੁਰਦਿੱਤ ਸੇਖੋਂ ਕੌਣ ਹੈ। ਤੁਸੀਂ ਮਾਫ ਕਰਨਾ, ਭਗਤ ਸਿੰਘ ਵਾਲਾ ਸਵਾਲ ਕੀਤਾ ਤੁਸੀਂ ਕਿ ਜੇ ਕੋਈ ਭਗਤ ਸਿੰਘ ਨੂੰ ਚੱਲ ਹੁਣ ਤੁਸੀਂ ਅਲਝਾਉਣ ਦੀ ਕੋਸ਼ਿਸ਼ ਨਾ ਕਰੋ। ਨਹੀਂ ਭਗਤ ਸਿੰਘ ਕੌਣ ਸੀ ਤੁਹਾਨੂੰ ਪਤਾ? ਕੌਣ ਸੀ ਭਗਤ ਸਿੰਘ? ਤੁਸੀਂ ਦੱਸੋ ਨਾ ਫਿਰ ਮੀਡੀਆ ਜਦੋਂ 47 ਦਾ ਜਿਹੜਾ ਵੰਡ ਤੋਂ ਮੈਂ ਤੁਹਾਨੂੰ ਇਹ ਕਹਿੰਦਾ ਵੀ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪੰਜਾਬ ਦਾ। ਕਿਸੇ ਬੰਦੇ ਨੂੰ ਭਗਤ ਸਿੰਘ ਨੂੰ ਮਾੜਾ ਕਹਿ ਕੇ, ਭਗਤ ਸਿੰਘ ਦੇ ਪੋਸਟਰਾਂ ਦੇ ਉੱਤੇ ਵੀ ਕਾਲਕ ਮਿਲੀ ਗਈ ਆ, ਉਹਦੇ ਬੁੱਤਾਂ ਤੇ ਕਾਲਕ ਮਿਲੀ ਗਈ। ਕਿਉਂ ਮਿਲੀ ਗਈ ਆ? ਕਿਉਂਕਿ ਉਹ ਦੋ ਫਿਰਕੇ ਨੂੰ ਆਪਸੇ ਟਕਰਾਉਣਾ ਚਾਹੁੰਦੇ ਆ। ਇੱਕ ਬੰਦਾ ਉੱਥੇ ਬੋਲਦਾ, ਇੱਕ ਬੰਦੇ ਨੂੰ ਮਾੜਾ ਕਹਿ ਰਿਹਾ, ਤੇ ਦੂਜਾ ਬੰਦਾ ਉੱਥੇ ਆ ਕੇ ਜਿਹੜਾ ਹੈਗਾ ਉਹ ਭਗਤ ਸਿੰਘ ਦੇ ਬੁੱਤ ਦੇ ਉੱਤੇ ਕਾਲਕ ਮਾਰ ਰਿਹਾ। ਇਹ ਇੱਕ ਸਾਜ਼ਿਸ਼ ਹੈ ਪੰਜਾਬ ਨੂੰ ਲਾਂਬੂ ਲਾਉਣ ਦੀ, ਇਹ ਤੁਹਾਨੂੰ ਸਮਝਣੀ ਪੈਣੀ। ਭਗਤ ਸਿੰਘ ਨੂੰ ਮਾੜਾ ਕਹਿਣ ਵਾਲਾ ਮਾੜਾ, ਜੇ ਭਗਤ ਸਿੰਘ ਨੂੰ ਕੋਈ ਅੱਤਵਾਦੀ ਕਹੇ ਤੁਸੀਂ ਕਹੋ ਵੀ ਬਹੁਤ ਮਾੜੀ ਗੱਲ ਹੈ, ਸ਼ਰਾਰਤੀ ਅਨਸਰ। ਜੇ ਕੋਈ ਸਿੱਖ ਸ਼ਹੀਦਾਂ ਨੂੰ ਅੱਤਵਾਦੀ ਕਹੇ ਤਾਂ ਕਿਹਨੂੰ ਕਹਿੰਦਾ ਅੱਤਵਾਦੀ? ਕੌਣ? ਜਰਨੈਲ ਸਿੰਘ ਨੂੰ, ਭਾਈ ਹਵਾਰਾ ਨੂੰ, ਭਾਈ ਜਗਤਾਰ ਸਿੰਘ ਕੌਣ ਕਹਿੰਦਾ? ਕੌਣ ਕਹਿੰਦਾ? ਪੰਜਾਬ ਦੇ ਵਿੱਚ ਅਨੇਕ, ਤੁਸੀਂ ਖੋਲੋ, ਤੁਹਾਡਾ ਦੁਆਬਾ ਭਰਿਆ ਪਿਆ ਬਹੁਤ ਸਾਰੇ ਕੱਟੜਵਾਦੀ ਸੰਗਠਨ ਜਿਹਨਾਂ ਨੂੰ ਤੁਹਾਡੀ ਸਰਕਾਰ ਨੇ ਸਿਕਿਉਰਿਟੀਆਂ ਦਿੱਤੀਆਂ ਹੋਈਆਂ। ਮੇਰੀ ਬੇਨਤੀ ਸੁਣੋ ਖਾਲਸਾ ਜੀ, ਮੈਂ ਕਿਸੇ ਨੂੰ ਕਿਹਾ? ਮੈਂ ਤੁਹਾਡੀ ਸਰਕਾਰ ਤੁਸੀਂ ਤੇ ਭਗਤ ਸਿੰਘ ਨੂੰ ਨਹੀਂ ਕਿਹਾ। ਮੈਂ ਮੇਰੀ ਗੱਲ ਸੁਣੋ, ਮੈਂ ਹਮੇਸ਼ਾ ਇੱਕ ਗੱਲ ਪਤਾ ਕੀ ਕਹਿਣਾ, ਕਿ ਜਿਹੜਾ ਬੰਦਾ ਦੂਜਿਆਂ ਲਈ ਲੜਦਾ ਹੈ ਉਹ ਮਾੜਾ ਨਹੀਂ ਹੋ ਸਕਦਾ। ਬਸ ਸੰਤ ਜਰਨੈਲ ਸਿੰਘ ਵੀ ਤੇ ਕੋਈ ਵੀ ਬੰਦਾ, ਯਾਰ ਬਾਬਾ ਜੀ ਮੇਰੀ ਗੱਲ ਸੁਣੋ, ਮੈਂ ਇਹ ਕਹਿਣਾ ਕਿ ਜਿਹੜਾ ਬੰਦਾ ਦੂਜਿਆਂ ਲਈ ਲੜਦਾ ਹੈ, ਚਾਹੇ ਉਹ ਪਿੰਡ 'ਚ ਮੋਗਾ ਲਵਾਉਣ ਵਾਸਤੇ ਵੀ ਲੜਦਾ, ਉਹ ਬੰਦਾ ਮਾੜਾ ਨਹੀਂ ਹੋ ਸਕਦਾ। ਜਿਹੜਾ ਵੀ ਬੰਦਾ ਲੜਿਆ, ਜਿਹੜੀ ਵੀ ਲੜਾਈ ਲੜਿਆ, ਉਹ ਲੋਕਾਂ ਦਾ ਨੁਮਾਇੰਦਾ, ਜਿਹੜਾ ਉਹਨੂੰ ਜਿਹੜੀ ਉਹਦੀ ਥਾਂ ਹੈ, ਕਿਸੇ ਵੀ ਬੰਦੇ ਦਾ ਨਰਾਦਰ ਨਹੀਂ ਕਰਨਾ ਚਾਹੀਦਾ। ਜਿਹੜਾ ਬੰਦਾ ਲੋਕ ਨਾਇਕ ਹੈ, ਚਾਹੇ ਕਿਸੇ ਧਰਮ ਦਾ, ਕਿਸੇ ਜਾਤ ਦਾ, ਕਿਸੇ ਮਜ਼ਹਬ ਦਾ, ਕਿਸੇ ਕੰਟਰੀ ਦਾ, ਕਿਸੇ ਵੀ ਕੰਟਰੀ, ਜਿਹੜੇ ਵੀ ਬੰਦੇ ਜਿਹੜੇ ਲੜੇ ਆ, ਹੋ ਸਕਦਾ ਪਾਕਿਸਤਾਨ ਦੇ ਵਿੱਚ ਵੀ ਕੁਝ ਲੋਕ ਲੜੇ ਹੋਣਗੇ, ਉਹ ਆਪਦੀ ਕੰਟਰੀ ਲਈ ਲੜੇ ਆ, ਉਹ ਵੀ ਮਾੜੇ ਨਹੀਂ, ਕਿਉਂਕਿ ਉਹ ਆਪਦੀ ਮਿੱਟੀ ਲਈ ਲੜੇ। ਸੇਖੋਂ ਸਾਹਿਬ ਵੱਡਾ ਬਦਲਾਅ ਸੀ, 92 ਵਿਧਾਇਕ ਤੁਹਾਡੇ ਸੀ। ਲਾਸਟ ਦਾ ਇੱਕ ਸਵਾਲ ਹੈਗਾ ਵਾ, ਸੰਗਰੂਰ ਹਾਰਨ ਤੇ